Cambridge 1, passage to zoo conservation programs. Let's look at the questions. Yes, no, not given है, बड़े simple है. पहला, London zoos advertisements are dishonest. Simple question है भी वो झूठ बोले उन्होंने अपनी advertisement ਦੇ ਵਿੱਚ. ਇਹਦਾ ਆ ਜਾਊਗਾ yes. ਇਸ ਦੀ ਲੋਕੇਸ਼ਨ ਲਈ ਆਪਾਂ ਜਾਵਾਂਗੇ ਬਿਲਕੁਲ ਟੌਪ ਤੇ. ਹੁਣ ਦੇਖੋ ਲਿਖਿਆ ਕੀ ਆ ਗਿਆ. One of London Zoo's recent advertisements caused me some irritation. Normal ਗੱਲ ਹੈ ਤੇ ਲਿਖਿਆ ਵੀ ਜਦੋਂ ਮੈਂ ਐਡਵਰਟਾਈਜ਼ਮੈਂਟ ਦੇਖੀ I got irritated, ਮੈਂ ਖਿੱਚ ਗਿਆ. ਰਾਈਟ, ਮੈਨੂੰ ਪਸੰਦ ਨਹੀਂ ਆਈ. I detested that, I disliked that. ਕਿਉਂ ਡਿਸਲਾਈਕ ਕੀਤੀ? So patently did it distort reality. ਰਿਐਲਿਟੀ ਹੋ ਕਿ ਅਸਲੀਅਤ ਡਿਸਟੋਰਟ ਕਰਨਾ ਹੋ ਗਿਆ, ਆਲਟਰ ਕਰਨਾ, ਚੇਂਜ ਕਰਨਾ, ਉਸ ਨੂੰ ਟਵਿਸਟ ਕਰ ਦੇਣਾ. ਵਾਰਪ ਵੀ ਉਵੇਂ ਦਾ ਵਰਡ ਆ ਜਾਂਦਾ. ਟੂ ਟੈਂਪਰ ਵਿਦ ਸਮਥਿੰਗ, ਛੇੜਛਾੜ ਕਰਨੀ. ਸੋ ਇਹ ਡਿਸਟੋਰਟਡ ਰਿਐਲਿਟੀ ਡਿਸਟੋਰਟ ਕਰਤੀ, ਐਜ਼ ਐਨ ਵੀ ਸੱਚ ਨਹੀਂ ਦੱਸਿਆ, ਐਜ਼ ਐਨ ਵੀ ਜਿਹੜੀਆਂ ਉਹਨਾਂ ਦੀਆਂ ਐਡਵਰਟਾਈਜ਼ਮੈਂਟ ਸੀ ਦੇ ਵਰ ਡਿਸਓਨੈਸਟ ਐਡਵਰਟਾਈਜ਼ਮੈਂਟ. ਸੋ ਇਸ ਕਰਕੇ ਉਹਦਾ ਆ ਗਿਆ ਯੈਸ. ਲੈਟਸ ਲੁੱਕ ਐਟ ਨੰਬਰ 17 ਨਾਓ. 17, zoos made an insignificant contribution to conservation up until 30 years ago. Up until 30 ਵੀ ਪਿਛਲੇ 30 ਸਾਲ ਤੋਂ ਪਹਿਲਾਂ, ਹਲੇ 30 ਸਾਲ ਹੀ ਹੋਏ ਆ. 30 ਸਾਲ ਤੋਂ ਪਹਿਲਾਂ ਕੀ ਸੀ? ਕੰਜ਼ਰਵੇਸ਼ਨ, ਉਹੀ ਜਾਨਵਰਾਂ ਨੂੰ ਬਚਾਉਣਾ, ਮਰਨ ਨਾ ਦੇਣਾ, ਲੁਪਤ ਨਾ ਹੋਣ ਦੇਣਾ. ਉਹਦੇ ਵਿੱਚ ਇਹਨਾਂ ਦਾ ਜਿਹੜਾ ਯੋਗਦਾਨ ਸੀ ਬੜਾ ਟ੍ਰਿਵੀਅਲ, ਬੜਾ ਇਨਸਿਗਨੀਫਿਕੈਂਟ, ਮਾਮੂਲੀ, ਕੁਛ ਵੀ ਇਹਨਾਂ ਦਾ ਯੋਗਦਾਨ ਨਹੀਂ ਸੀਗਾ. ਇਹਦਾ ਵੀ ਆ ਜਾਣਾ ਯੈਸ. ਇਸ ਦੀ ਲੋਕੇਸ਼ਨ ਲਈ ਆਪਾਂ ਜਾਂਦੇ ਹਾਂ ਇੱਧਰ ਸੈਕੰਡ ਪੈਰਾਗ੍ਰਾਫ ਦੇ ਟੌਪ ਤੇ. Zoos were originally created as places of entertainment. ਸੋ ਸ਼ੁਰੂ 'ਚ ਇਹਨਾਂ ਨੂੰ ਕਾਹਦੇ ਵਾਸਤੇ ਵਰਤਿਆ ਜਾਂਦਾ ਸੀਗਾ? ਸਿਰਫ ਲੈਜਰ ਵਾਸਤੇ, ਐਂਟਰਟੇਨਮੈਂਟ ਵਾਸਤੇ. And their involvement with conservation didn't seriously arise until about 30 years ago. So initially ਵੀ ਸ਼ੁਰੂ 'ਚ, ਓਰੀਜਨਲੀ ਦੋਨੇ ਵਰਡ ਇਕੱਠੇ ਵਰਤੇ ਜਾਂਦੇ ਹੁੰਦੇ ਬਹੁਤ ਵਾਰੀ. ਸਿਰਫ ਐਂਟਰਟੇਨਮੈਂਟ ਵਾਸਤੇ, ਲੈਜਰ ਵਾਸਤੇ, ਰੀਕ੍ਰੀਏਸ਼ਨ ਜਿਵੇਂ ਉਵੇਂ ਦਾ ਵਰਡ ਆ ਜਾਂਦਾ, ਰੀਕ੍ਰੀਏਸ਼ਨਲ ਐਕਟੀਵਿਟੀਜ਼ ਵੀ ਐਂਟਰਟੇਨਮੈਂਟ ਵਾਲੀਆਂ ਐਕਟੀਵਿਟੀਜ਼ ਹੋਊਗੀਆਂ, ਉਹਦੇ ਵਾਸਤੇ ਜ਼ੂਜ਼ ਨੂੰ ਵਰਤਿਆ ਜਾਂਦਾ ਸੀ. ਇਹਨਾਂ ਦੀ ਇਨਵੋਲਵਮੈਂਟ, ਇੰਗੇਜਮੈਂਟ, ਯੋਗਦਾਨ, ਕੰਟਰੀਬਿਊਸ਼ਨ, ਰੋਲ ਕੰਜ਼ਰਵੇਸ਼ਨ 'ਚ ਕੋਈ ਜ਼ਿਆਦਾ ਨਹੀਂ ਸੀ ਅੰਟਿਲ 30 ਈਅਰਸ ਅਗੋ. 30 ਸਾਲ ਤੋਂ ਪਹਿਲਾਂ ਕੋਈ ਰੋਲ, ਉਦੋਂ ਬਾਅਦ 'ਚ ਇਹਨਾਂ ਦਾ ਇਸ ਚੁਕਾ ਹੋਇਆ. ਜਿਹੜਾ ਨੰਬਰ 18 ਹੈ ਇਹ ਨੋਟ ਗਿਵਨ ਆ ਜਾਂਦਾ, ਇਹਦੇ ਬਾਰੇ ਇਸ 'ਚ ਕੋਈ ਇਨਫੋਰਮੇਸ਼ਨ ਨਹੀਂ. ਜਿਹੜਾ ਨੰਬਰ 19 ਹੈ ਉਹ ਆਉਂਦਾ ਨੋ. ਹੁਣ ਇਹ ਲਿਖਿਆ ਕੀ ਆ ਗਿਆ, ਬੜੀ ਸਿੰਪਲ ਲਾਈਨ ਹੈ. Zoos in WZCS select list were carefully inspected. ਬੜਾ ਸਿੰਪਲ ਵਰਡ ਆ ਵੀ ਉਹਨਾਂ ਦੀ ਦੇਖੋ ਇਨਸਪੈਕਸ਼ਨ ਆਪਾਂ ਨੂੰ ਪਤਾ ਕਿ ਉਹਨਾਂ ਦੀ ਜਿਹੜੀ ਸਕਰੂਟਨੀ ਸੀ, ਇਵੈਲੂਏਸ਼ਨ ਸੀ, ਐਨਾਲਾਈਸਿਸ ਸੀਗਾ, ਉਹ ਬੜਾ ਥੋਰੋਲੀ, ਬੜਾ ਕੇਅਰਫੁਲੀ, ਬੜਾ ਸੀਰੀਅਸਲੀ, ਥੋਰੋਲੀ ਉਵੇਂ ਦਾ ਵਰਡ ਆ ਜਾਂਦਾ, ਬੜਾ ਰਿਗਰਸਲੀ ਉਹਨਾਂ ਦੀ ਇੰਸਪੈਕਸ਼ਨ ਕੀਤੀ ਗਈ. ਇਹਦਾ ਆ ਜਾਣਾ ਨੋ. ਇਸ ਦੀ ਲੋਕੇਸ਼ਨ ਹੈ ਇਹ ਆਪਾਂ ਜਾਵਾਂਗੇ 4th ਪੈਰਾਗ੍ਰਾਫ ਤੇ ਆਪਾਂ ਜਾਵਾਂਗੇ, ਉੱਥੇ ਆ ਜਾਣਾ. ਦ ਸੈਕੰਡ ਫਲॉ ਇਨ ਦ ਰੀਜ਼ਨਿੰਗ ਆਫ ਫਲॉ ਹੁੰਦਾ ਗਲਤੀ, ਇੱਕ ਹੋਰ ਗਲਤੀ ਸੀ. ਦੈਟ ਇਜ਼ ਦ ਨੇਵ ਫੇਥ ਇਟ ਪਲੇਸਿਸ ਇਨ 1000 ਕੋਰ ਜ਼ੂਸ. ਨੇਵ ਫੇਥ ਦਾ ਮਤਲਬ ਹੋ ਗਿਆ, ਨੇਵ ਭੋਲੇ ਭਾਲੇ ਨੂੰ ਆਖਦੇ ਆ. ਟਰਸਟ ਵਰਦੀ ਵੀ ਜਿਹੜਾ ਬੰਦਾ ਹੋ ਗਿਆ ਉਹ ਵੀ ਇੱਕ ਤਰ੍ਹਾਂ ਨੇਵ ਹੋ ਗਿਆ, ਵੀ ਭੋਲਾ ਹਰ ਇੱਕ ਤੇ ਯਕੀਨ ਕਰ ਲੈਂਦਾ. ਅਨਸਸਪੈਕਟਿੰਗ ਕਹਿ ਲਓ, ਵੀ ਕਿਸੇ ਨੂੰ ਸਸਪੀਸ਼ਨ ਦੀ ਨਜ਼ਰ ਨਾਲ ਨਹੀਂ ਦੇਖਦਾ. ਗਲੀਬਲ ਵੀ ਨੇਵ ਵਾਲੇ ਪਾਸੇ ਜਾ ਵੜਦਾ, ਜਿਹੜਾ ਬੰਦਾ ਗੱਲਾਂ 'ਚ ਆ ਜੇ ਭੋਲਾ ਹੋਵੇ. ਸੋ ਨੇਵ ਫੇਥ ਵੀ ਬੜਾ ਮਸੂਪਾਂ ਵਾਂਗੂ ਇਹਨਾਂ ਨੇ ਯਕੀਨ ਕਰ ਲਿਆ. ਵਨ ਵੁੱਡ ਅਜ਼ਿਊਮ ਵੀ ਬੰਦਾ ਸੋਚੂਗਾ, ਤਾਂ ਬੰਦਾ ਸੋਚਦਾ ਤਾਂ ਇਹ ਹੈ ਵੀ ਯਾਰ ਐਡੀ ਵੱਡੀ ਸੰਸਥਾ ਤੇ ਪੂਰਾ ਕੇਅਰਫੁਲੀ the caliber of these institutions would have been carefully examined. Carefully, ਉਹੀ thoroughly, seriously, vigorously, rigorously, and ਪੂਰਾ comprehensively, in an exhaustive manner. ਵੀ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਇਸ ਨੂੰ ਚੈੱਕ ਕੀਤਾ ਹੋਣਾ. ਬਟ ਇਹ ਨਹੀਂ ਹੋਇਆ. The criteria for inclusion on this select list might merely be that the zoo is member of Zoo Federation or Association. ਵੀ ਦੇਖਣ ਨੂੰ ਤਾਂ ਇਹ ਲੱਗਦਾ ਵੀ ਐਡੀ ਵੱਡੀ ਸੰਸਥਾ, ਇਹਨਾਂ ਨੇ ਬੜਾ ਕੇਅਰਫੁਲੀ ਸਕਰੂਟਨਾਈਜ਼ ਕੀਤਾ ਹੋਣਾ, ਐਗਜ਼ਾਮਿਨ ਕੀਤਾ ਹੋਣਾ, ਤੇ ਫਿਰ ਇਹਨਾਂ ਨੂੰ ਮੈਂਬਰਸ਼ਿਪ ਦਿੱਤੀ ਹੋਣੀ ਹੈ, ਜਾਂ ਫਿਰ ਇਹਨਾਂ ਨੂੰ ਇਸ ਲਿਸਟ ਸਿਲੈਕਟ ਲਿਸਟ ਲੈ ਕੇ ਆਉਂਦਾ. ਪਰ ਉਹ ਕਹਿੰਦੇ ਇਹ ਨਹੀਂ ਸੀ ਜੇ ਕੋਈ ਕਿਸੇ ਲੋਕਲ ਜ਼ੂ ਫੈਡਰੇਸ਼ਨ ਦਾ ਮੈਂਬਰ ਆ ਤਾਂ ਉਹਨਾਂ ਨੇ ਆਪਦਾ ਮੈਂਬਰ ਵੀ ਬਣਾ ਲਿਆ. ਸੋ ਇਸ ਉਸ 'ਚ ਆ ਜਾਣਾ ਵੀ ਨੋ ਵਾਲੇ ਪਾਸੇ ਇਸ ਦਾ ਆਨਸਰ ਚਲਾਇਆ ਜਾਣਾ ਇਹਦਾ. ਨੈਕਸਟ ਜਿਹੜਾ ਆ ਗਿਆ ਆਪਣਾ ਨੰਬਰ 20,
नो वन न्यू, यानी कि पीपल वर अनअवेयर, सॉरी इधर आ गया जिमें, नो वन न्यू, दे वर अनअवेयर, दे हैड नो आइडिया, दे वर नॉट कॉग्निजेंट ऑफ दिस थिंग, कुछ भी इन्होंने इस बारे पता नहीं सीगा। हाउ एनिमल्स वर बीइंग ट्रीटेड एट रॉबिन हिल एडवेंचर पार्क, ਇਸ ਦਾ ਵੀ ਨੋ ਆ ਜਾਣਾ। ਲੋਕਾਂ ਨੂੰ ਪਤਾ ਸੀਗਾ ਵੀ ਉਹਨਾਂ ਨਾਲ ਕਿਵੇਂ ਟ੍ਰੀਟਮੈਂਟ ਹੋਈ ਹੈ, ਬਾਅਦ 'ਚ ਉਹਨਾਂ ਦੇ ਬੈਨ ਵਗੈਰਾ ਲੱਗਿਆ, ਉਹ ਆਪਾਂ ਇੱਥੇ ਜਾ ਕੇ ਪੜ੍ਹਦੇ ਹਾਂ ਦੁਬਾਰਾ ਫਿਰ 4th ਪੈਰਾਗ੍ਰਾਫ 'ਚ ਇਸ ਦਾ ਆ ਜਾਣਾ। These include Robin Hill Adventure Park on the Isle of Wight, island हो गया, which many consider most notorious collection of animals in the country, most notorious भी बदनाम सी, ये बड़ी बदनाम सी ਜਿਹੜੀ ਇਹ zoo ਸੀ। ਕਈ ਸਾਲਾਂ ਤੱਕ ਤਾਂ ਇਸ ਨੂੰ ਪ੍ਰੋਟੈਕਟ ਯਾਨੀ ਕਿ ਸ਼ੀਲਡ ਕਰਦੇ ਰਹੇ, ਇਨਸੂਲੇਟ ਰੱਖਿਆ, ਬਚਾ ਕੇ ਰੱਖਿਆ ਲੋਕਲ ਜਿਹੜੇ ਉੱਥੋਂ ਦੀ ਸਰਕਾਰ ਸੀ, ਕੌਂਸਲ ਸੀਗੀ। ਬਟ ਇਟ ਵਾਸ ਫਾਈਨਲੀ ਕਲੋਜ਼ ਡਾਊਨ ਫੋਲੋਇੰਗ ਅ ਡੈਮਿੰਗ ਰਿਪੋਰਟ ਬਾਈ ਵੈਟਰਨਰੀ ਇੰਸਪੈਕਟਰ। ਹੁਣ ਡੈਮਿੰਗ ਰਿਪੋਰਟ ਕਿਹੜੀ ਹੋ ਗਈ? ਉਹ ਰਿਪੋਰਟ ਜਿਹੜੀ ਤੁਹਾਡਾ ਜਲੂਸ ਹੀ ਕੱਢ ਦੇ, ਜਿਹੜੀ ਤੁਹਾਨੂੰ ਕੰਡੈਮ ਕਰੇ, ਜਿਹੜੀ ਇੱਕ ਇੰਪਲੀਕੇਟਿੰਗ ਰਿਪੋਰਟ ਹੋਵੇ, ਜਿਹੜੀ ਅਨਫੇਵਰੇਬਲ ਹੋਵੇ, ਤੁਹਾਡੇ ਹੱਕ 'ਚ ਨਾ ਹੋਵੇ, ਡਿਸਪੈਰਾਜਿੰਗ ਹੋਵੇ, ਵੀ ਤੁਹਾਨੂੰ ਦਬਾਉਂਦੀ ਹੋਵੇ ਜਾਂ ਤੁਹਾਡੇ ਬਾਰੇ ਨੈਗੇਟਿਵ ਗੱਲ ਕਰਦੇ ਹੋਵੇ। ਸੋ ਇੱਕ ਬੜੀ ਨੈਗੇਟਿਵ ਰਿਪੋਰਟ ਆਈ। ਸੋ ਇਹਦਾ ਕੀ ਹੈ ਵੀ ਲੋਕਾਂ ਨੂੰ ਪਤਾ ਸੀ ਕਿਵੇਂ ਨੈਗੇਟਿਵ ਰਿਪੋਰਟਸ ਆ ਚੁੱਕੀਆਂ ਸੀ, ਇਹ ਨਹੀਂ ਵੀ ਕਿਸੇ ਨੂੰ ਪਤਾ ਨਹੀਂ ਸੀ, ਉਸ ਕਰਕੇ ਉਹਦਾ ਨੋ ਆ ਗਿਆ। ਤਾਂ ਨੰਬਰ 21 ਹੈ, ਨੰਬਰ 21 ਵੀ ਨੋਟ ਗਿਵਨ ਕੈਟੇਗਰੀ 'ਚ ਆ ਜਾਂਦਾ, ਬਟ ਵੀ ਵਿਲ ਰੀਡ ਦਿਸ, ਥੋੜਾ ਡਿਫਰੈਂਟ ਹੈ। Colin Tudge was dissatisfied with the treatment of animals at London Zoo. ਲੰਡਨ ਜ਼ੂ ਦੇ ਵਿੱਚ ਐਨੀਮਲਸ ਨਾਲ, ਜਾਨਵਰਾਂ ਨਾਲ ਜੋ ਵਿਹਾਰ, ਜੋ ਟਰੀਟਮੈਂਟ, ਜਿਵੇਂ ਉਹਨਾਂ ਨਾਲ ਬਿਹੇਵੀਅਰ ਜੋ ਉਹਨਾਂ ਨਾਲ ਹੁੰਦਾ ਸੀਗਾ, ਜੋ ਉੱਥੋਂ ਦੀ ਮੈਨੇਜਮੈਂਟ ਦਾ ਐਟੀਟਿਊਡ ਸੀ ਉਹਨਾਂ ਜਾਨਵਰਾਂ ਪ੍ਰਤੀ, ਉਸ ਤੋਂ ਇਹ ਖੁਸ਼ ਨਹੀਂ ਸੀ, ਡਿਸਸੈਟਿਸਫਾਈਡ ਸੀ, ਹੀ ਵਾਜ਼ ਅਨਹੈਪੀ ਵਿਦ ਦੈਟ। ਨੋਟ ਗਿਵਨ ਇਸ ਤਰੀਕੇ ਨਾਲ ਆ ਜਾਣਾ। ਜਦੋਂ ਆਪਾਂ ਇਸ ਨੂੰ ਜਾ ਕੇ ਪੜ੍ਹਾਂਗੇ ਨੰਬਰ 21 ਨੂੰ, ਕੋਲਿਨ ਟੁਜ ਵਾਲੇ ਨੂੰ, ਇੱਧਰੋਂ ਆ ਜਾਣਾ। ਕੋਲਿਨ ਟੁਜ ਉਹਨੇ ਲਿਖਿਆ ਲਾਸਟ ਐਨੀਮਲਸ ਐਟ ਦ ਜ਼ੂ ਕਿਤਾਬ ਲਿਖੀ ਉਹਨੇ, argues that if world's zoos work together in cooperative breeding, ਨੋਰਮਲ ਗੱਲਾਂ ਲਿਖੀਆਂ ਹੋਈਆਂ ਵੀ ਜੋ ਨਾਲ ਮਿਲ ਕੇ ਸਾਰਾ ਉਹ ਕੰਮ ਕਰਨਗੇ, ਹੋਰ ਜਾਨਵਰ ਕੰਜ਼ਰਵ ਕਰ ਲੈਣਗੇ ਉਹ ਕਹਿੰਦੇ ਦਿਸ ਸੀਮਸ ਐਨ ਐਕਸਟ੍ਰੀਮਲੀ ਆਪਟੀਮਿਸਟਿਕ ਪ੍ਰੋਪੋਜੀਸ਼ਨ, ਬੜੀ ਆਪਟੀਮਿਸਟਿਕ ਆ। ਆਪਟੀਮਿਸਟ ਹੁੰਦਾ ਜਿਹੜਾ ਬੰਦਾ ਪੋਜ਼ਿਟਿਵ ਸੋਚਦਾ, ਵੀ ਉਹਦਾ ਬੜੀ ਪੋਜ਼ਿਟਿਵ ਗੱਲ ਕਰੀ ਜਾਂਦਾ, ਇਹ ਹੋਣ ਨਹੀਂ ਲੱਗਿਆ ਨਾ। ਫॉर ਅ ਮੈਨ ਹੂ ਮਸਟ ਬੀ ਅਵੇਅਰ ਆਫ ਫੀਲਿੰਗਸ ਐਂਡ ਵੀਕਨੈਸ ਆਫ ਜ਼ੂ ਇੰਡਸਟਰੀ, ਬੰਦਾ ਜਿਹਨੂੰ ਪਤਾ ਹੋਣਾ ਚਾਹੀਦਾ, ਉਹ ਆਖਦੇ ਵੀ ਜ਼ੂ ਇੰਡਸਟਰੀ 'ਚ ਕੀ ਕਮੀਆਂ, ਕੀ ਫੀਲਿੰਗਸ ਹੈ, ਕੀ ਇਹਨਾਂ ਦੀਆਂ ਕਮਜ਼ੋਰੀਆਂ, ਕੀ ਵੀਕਨੈਸਿਸ ਹੈ, ਕੀ ਫਲॉज ਹੈ, ਕੀ ਸ਼ਾਰਟਕਮਿੰਗਸ ਹੈ। ਵੈਨ ਮੈਂਬਰ ਆਫ ਦ ਕਾਉਂਸਲ ਆਫ ਲੰਡਨ ਜ਼ੂ ਹੈਡ ਟੂ ਪਰਸਿਊਟ ਦ ਜ਼ੂ ਟੂ ਡਿਵੋਟ ਮੋਰ ਆਫ ਇਟਸ ਐਕਟੀਵਿਟੀਜ਼ ਟੂ ਕੰਜ਼ਰਵੇਸ਼ਨ। ਇਹਦੇ 'ਚ ਕੁਛ ਵੀ ਉਹ ਨਹੀਂ ਪਤਾ ਲੱਗਦਾ ਵੀ ਇਹ ਵੀ ਡਿਸਸੈਟਿਸਫਾਈਡ ਸੀਗਾ ਵਿਦ ਟਰੀਟਮੈਂਟ ਆਫ ਐਨੀਮਲਸ। ਠੀਕ ਹੈ, ਉਹਨੂੰ ਇਹ ਸੀਗਾ ਵੀ ਕੰਜ਼ਰਵੇਸ਼ਨ ਵਾਲੇ ਪਾਸੇ ਤੁਸੀਂ ਵੱਧ ਜ਼ੋਰ ਦਿਓ, ਆਪਾਂ ਨੂੰ ਨਹੀਂ ਪਤਾ ਇਹ ਖੁਸ਼ ਸੀ ਕਿ ਨਾ ਖੁਸ਼ ਸੀਗਾ ਕਿ ਜਾਨਵਰ ਟਰੀਟ ਕਿਵੇਂ ਕੀਤੇ ਜਾਂਦੇ, ਇਸ ਕਰਕੇ ਨੋਟ ਗਿਵਨ ਕੈਟੇਗਰੀ 'ਚ ਆ ਜਾਂਦਾ। ਨੰਬਰ 22 the number of successful zoo conservation programs is unsatisfactory। again ਜਿੰਨੇ ਇਹਨਾਂ ਨੇ ਜਾਨਵਰ ਬਚਾ ਰੱਖੇ ਹੈ, ਕੰਜ਼ਰਵ ਕਰ ਲਏ, ਬਰੀਡ ਕਰ ਰਹੇ ਹੈ, ਉਸ ਤੋਂ ਵੈਸੇ ਖੁਸ਼ ਨਹੀਂ ਗੇ ਲੋਕ, ਜਾਂ ਅਥਾਰਟੀਜ਼, ਜਾਂ ਮਤਲਬ ਵੱਧ ਹੋਣੇ ਚਾਹੀਦੇ ਸੀਗੇ, ਇਨਫ ਨਹੀਂਗਾ, ਸਫੀਸ਼ੀਐਂਟ ਨਹੀਂਗਾ, ਦੇ ਆਰ ਨਾਟ ਹੈਪੀ ਵਿਦ ਇਟ। ਇਸ ਦਾ ਆਨਸਰ ਆ ਜਾਣਾ ਯੈਸ। ਇਸ ਜਿਹੜੀ ਲੋਕੇਸ਼ਨ ਹੈ ਇੱਧਰ ਆ ਜਾਣੀ ਹੈ। ਟੁਡੇ ਲਗਭਗ ਅਪਰੋਕਸੀਮੇਟਲੀ 16 ਸਪੀਸੀਜ਼ ਮਾਈਟ ਬੀ ਸੈਡ ਟੂ ਹੈਵ ਬੀਨ ਸੇਵਡ ਬਾਈ ਕੈਪਟਿਵ ਬਰੀਡਿੰਗ ਪ੍ਰੋਗਰਾਮ, ਵੀ ਆਪਾਂ ਇਹ ਆਖ ਸਕਦੇ ਹਾਂ ਵੀ 16 ਬਚਾ ਲਏ। although a number of these can hardly be looked upon as resounding success, ਪਰ ਇਹਨਾਂ 'ਚੋਂ ਵੀ ਜਿਹੜੇ ਬਚਾਏ ਆ they can hardly be looked upon as resounding success, ਵੀ ਆਪਾਂ ਇਹ ਨਹੀਂ ਆਖ ਸਕਦੇ ਕਿ ਬਹੁਤ ਵੱਡੀ ਕਾਮਯਾਬੀ, ਬਹੁਤ ਵੱਡੀ ਗੱਲ ਹੈ ਵੀ ਇਹਨੇ ਬਚਾ ਲਿਆ। ਯਾਨੀ ਕਿ ਜਿਹੜੇ ਜ਼ੂ ਕੰਜ਼ਰਵੇਸ਼ਨ ਪ੍ਰੋਗਰਾਮ ਵਾਲੇ ਦੇ ਆਰ ਨਾਟ ਸੈਟਿਸਫਾਈਡ ਵਿਦ ਵਟ ਐਵਰ ਦੇ ਹੈਡ ਡਨ, ਉਹ ਚੀਜ਼ ਇੱਥੇ ਉਸ ਤਰੀਕੇ ਨਾਲ ਆ ਜਾਣੀ ਹੈ। ਹੁਣ ਆਪਾਂ ਚੱਲਦੇ ਹਾਂ ਮਲਟੀਪਲ ਚੋਇਸ, ਜਿਹੜੇ ਤੁਹਾਨੂੰ ਸਟੂਡੈਂਟਸ ਨੂੰ ਥੋੜ੍ਹੇ ਜ਼ਿਆਦਾ ਔਖੇ ਲੱਗਦੇ ਆ। ਲੈਟਸ ਸੀ ਮਲਟੀਪਲ ਚੋਇਸ ਬਾਰੇ ਮੈਂ ਹਮੇਸ਼ਾ ਆਖਦਾ ਹੁੰਦਾ ਟਰੂ ਫਾਲਸ ਵਜੋਂ ਹੀ ਇਹਨਾਂ ਨੂੰ ਟਰੀਟ ਕਰਨਾ ਹੁੰਦਾ। ਆਪਣੇ ਕੋਲ 4 ਆਪਸ਼ਨਸ ਹੁੰਦੀਆਂ, ਉਹਨਾਂ 'ਚੋਂ ਆਪਾਂ ਨੂੰ ਇੱਕ ਸਹੀ ਹੈ, ਬਾਕੀ 3 ਜਾਂ ਇਨਕਰੈਕਟ ਹੈ ਜਾਂ ਨਾਟ ਗਿਵਨ। ਸੋ ਟਰੂ ਫਾਲਸ ਹੀ ਹੁੰਦੇ ਆ। ਇੰਨਾ ਵੀ ਟਰੂ ਫਾਲਸ 'ਚ ਆਪਾਂ ਨੂੰ ਇੱਕ ਲਾਈਨ ਪੜ੍ਹਨੀ ਪੈਂਦੀ ਹੈ, ਮਲਟੀਪਲ ਚੋਇਸ 'ਚ ਆਪਾਂ ਨੂੰ ਸਾਰਾ ਪੈਰਾਗ੍ਰਾਫ ਦਾ ਧਿਆਨ ਦੇਣਾ ਪੈਂਦਾ, ਇਸ ਕਰਕੇ ਆਪਾਂ ਨੂੰ ਔਖੇ ਲੱਗਦੇ ਆ। ਸਮਝ ਕੇ ਕਰਾਂਗੇ ਬੜੇ ਸੌਖੇ ਹੁੰਦੇ ਆ ਇਹ। ਦੇਖੀਏ ਨੰਬਰ 23, what were the objectives of WZCS ਡਾਕੂਮੈਂਟ। ਆਬਜੈਕਟਿਵ ਹੁੰਦਾ ਵੀ ਏਮ, ਟਾਰਗੇਟ, ਵੀ ਕਿਉਂ ਬਣਾਇਆ,
ਕਾਰਨ ਕੀ ਸੀਗਾ ਇਹਦਾ, ਇੰਟੈਂਸ਼ਨਸ ਕੀ ਸੀ ਇਹਦੇ ਨਾਲ, ਕੀ ਅਚੀਵ ਕਰਨਾ ਚਾਹੁੰਦੇ ਸੀ, ਕੀ ਪ੍ਰਾਪਤ ਕਰਨਾ ਚਾਹੁੰਦੇ ਸੀ। ਇਸ ਦਾ ਆ ਜਾਣਾ ਬੀ, ਟੂ ਆਇਡੈਂਟੀਫਾਈ ਜ਼ੂਜ਼ ਸੁਟੇਬਲ ਫॉर ਕੰਜ਼ਰਵੇਸ਼ਨ ਪ੍ਰੈਕਟਿਸ। ਸੋ ਇਹ ਸੀਗਾ ਵੀ ਆਪਾਂ ਕਿਹੜੀਆਂ ਐਵੇਂ ਦੀਆਂ ਜ਼ੂਜ਼ ਆ ਜਿੱਥੇ ਆਪਾਂ ਕੰਜ਼ਰਵੇਸ਼ਨ ਪ੍ਰੈਕਟਿਸ ਕਰ ਸਕਦੇ ਹਾਂ, ਜਿੱਥੇ ਆਪਾਂ ਜਾਨਵਰਾਂ ਨੂੰ ਕੰਜ਼ਰਵ ਕਰ ਸਕਦੇ ਹਾਂ, ਆਇਡੈਂਟੀਫਾਈ ਕਰਨਾ, ਲੱਭਣਾ। ਇਸ ਚੀਜ਼ ਦੀ ਲੋਕੇਸ਼ਨ ਹੈ ਥੋੜਾ ਟੇਢਾ ਜਿਹਾ ਹੈਗਾ ਇਹ ਆਪਾਂ ਸੈਕੰਡ ਪੈਰਾਗ੍ਰਾਫ ਨੂੰ ਜਦੋਂ ਜਾਵਾਂਗੇ ਪੜਾਂਗੇ ਉੱਥੋਂ ਕਾਫੀ ਕਲੀਅਰ ਹੋ ਜਾਣਾ। ਦੇਖੋ ਆਹ ਚੀਜ਼ ਆਪਾਂ ਪਹਿਲਾਂ ਪੜ੍ਹੀ ਸੀਗੀ ਵੀ 30 ਸਾਲ ਪਹਿਲਾਂ ਕੰਜ਼ਰਵੇਸ਼ਨ ਵਾਲੇ ਪਾਸੇ ਜ਼ੂਜ਼ ਦਾ ਬੜਾ ਧਿਆਨ ਨਹੀਂ ਸੀ। ਉਸ ਤੋਂ ਬਾਅਦ ਕੀ ਹੋਇਆ, ਜ਼ੂਲੋਜੀਕਲ ਸੁਸਾਇਟੀ ਆਫ ਲੰਡਨ ਇਹਨਾਂ ਨੇ ਪਹਿਲੀ ਮੀਟਿੰਗ ਕੀਤੀ ਇਸ ਸਬਜੈਕਟ ਤੇ। ਕਿਹੜੇ ਸਬਜੈਕਟ ਤੇ, ਕੰਜ਼ਰਵੇਸ਼ਨ ਵਾਲੇ ਸਬਜੈਕਟ ਤੇ। ਉਸ ਤੋਂ 8 ਸਾਲਾਂ ਬਾਅਦ ਕੀ ਹੋਇਆ, ਸੀਰੀਜ਼ ਆਫ ਵਰਲਡ ਕਾਨਫਰੰਸਿਸ ਟੁੱਕ ਪਲੇਸ। ਕਾਨਫਰੰਸ ਮੀਟਿੰਗ ਪੂਰੀ ਦੁਨੀਆ 'ਚ ਮੀਟਿੰਗਸ ਕੀਤੀਆਂ, ਸੀਰੀਜ਼ ਲੜੀ, ਕਈ ਮੀਟਿੰਗਸ ਹੋਈਆਂ। ਨਾਮ ਰੱਖਤਾ ਉਹਨਾਂ ਦਾ ਦ ਬਰੀਡਿੰਗ ਆਫ ਇੰਡੇਂਜਰਡ ਸਪੀਸੀਜ਼, ਯਾਨੀ ਕਿ ਜਿਹੜੀਆਂ ਕੋਈ ਜਾਨਵਰਾਂ ਦੀਆਂ ਕਿਸਮਾਂ ਖਤਰੇ 'ਚ ਆ, ਡੇਂਜਰ 'ਚ ਆ, ਉਹਨਾਂ ਨੂੰ ਆਪਾਂ ਬਚਾਉਣਾ। ਉਸ ਤੋਂ ਬਾਅਦ ਫਿਰ ਕਹਿੰਦੇ ਕੰਜ਼ਰਵੇਸ਼ਨ ਸ਼ੁਰੂ ਹੋ ਗਈ ਜ਼ੂਜ਼ ਦੇ ਵਿੱਚ। ਇਟ ਬਿਕੇਮ ਅ ਬਜ਼ਵਰਡ। ਬਜ਼ਵਰਡ ਹੁੰਦਾ ਵੀ ਉਹਦੇ ਬਾਰੇ ਲੋਕ ਗੱਲ ਕਰਨ ਲੱਗੇ, ਕੰਜ਼ਰਵੇਸ਼ਨ ਕੰਜ਼ਰਵੇਸ਼ਨ ਕੰਜ਼ਰਵੇਸ਼ਨ, ਉਹਦੇ ਬਾਰੇ ਗੱਲ ਚੱਲ ਪਈ ਵੀ ਹਾਂ ਇਹ ਚੀਜ਼ ਉਵੇਂ ਹੈ। ਦਿਸ ਕਮਿਟਮੈਂਟ ਹੈਜ਼ ਨਾਓ ਬੀਨ ਕਲੀਅਰਲੀ ਡਿਫਾਈਨਡ ਇਨ ਵਰਲਡ ਜ਼ੂ ਕੰਜ਼ਰਵੇਸ਼ਨ ਸਟ੍ਰੈਟਜੀ। ਸੋ ਜਿਹੜਾ ਕਮਿਟਮੈਂਟ ਆ ਵੀ ਭਾਈ ਅਸੀਂ ਤਾਂ ਕੰਜ਼ਰਵ ਕਰਨੇ ਆ ਜਾਨਵਰ, ਅਸੀਂ ਮਰਨ ਨਹੀਂ ਦੇਣੇ, ਅਸੀਂ ਜਿਹੜੇ ਇੰਡੇਂਜਰਡ ਸਪੀਸੀਜ਼ ਇਹਨਾਂ ਨੂੰ ਬਰੀਡ ਕਰਨਾ। 30 ਸਾਲ ਪਹਿਲਾਂ ਉਹਦੇ ਬਾਰੇ ਕੋਈ ਗੱਲ ਨਹੀਂ ਸੀ, ਫਿਰ ਇੱਕ ਨੇ ਮੀਟਿੰਗ ਕੀਤੀ, ਫਿਰ ਸੀਰੀਜ਼ ਆਫ ਮੀਟਿੰਗਸ ਹੋਈਆਂ, ਸਾਰਾ ਕੁਝ ਹੋਇਆ। ਉਹ ਕੀ ਆ ਗਿਆ, ਇਟ ਇਜ਼ ਡਿਫਾਈਨਡ ਇਨ ਦਿਸ ਕਮਿਟਮੈਂਟ ਵੀ ਅਸੀਂ ਤਾਂ ਡਿਵੋਟਡ ਆ, ਅਸੀਂ ਸਮਰਪਿਤ ਆ ਕੰਜ਼ਰਵੇਸ਼ਨ ਨੂੰ। ਉਹੀ ਚੀਜ਼ ਉੱਧਰ ਆਪਣਾ ਕਲੀਅਰਲੀ ਡਿਫਾਈਨਡ ਆ, ਇਹੀ ਉਹਨਾਂ ਦੀ ਕਮਿਟਮੈਂਟ ਆ। ਇਸੇ ਕਰਕੇ ਦਾ ਆਨਸਰ ਆ ਗਿਆ ਵੀ ਤਾਂ ਸੀਗਾ ਵੀ ਆਇਡੈਂਟੀਫਾਈ ਕਰੋ ਜ਼ੂ ਸੁਟੇਬਲ ਫॉर ਕੰਜ਼ਰਵੇਸ਼ਨ ਪ੍ਰੈਕਟਿਸ। ਵੀਗੇਨ ਵੀ ਗਾਂ ਆਪਾਂ ਫਿਰ ਇਹਨਾਂ ਨੂੰ ਕਿਹੜੀਆਂ ਕਿਹੜੀਆਂ ਉਹ ਜ਼ੂਜ਼ ਆ ਜਿੱਥੇ ਆਪਾਂ ਇਹਨਾਂ ਨੂੰ ਕੰਜ਼ਰਵ ਕਰ ਸਕਦੇ ਹਾਂ, ਉਹ ਚੀਜ਼ ਉੱਥੇ ਉਵੇਂ ਆ ਜਾਣੀ। ਹੁਣ ਜਿਹੜਾ ਨੈਕਸਟ ਆ ਗਿਆ ਆਪਣਾ ਨੰਬਰ 24, ਇਸ ਦਾ ਆ ਗਿਆ, ਵਾਈ ਡਜ਼ ਦ ਰਾਈਟਰ ਰੈਫਰ ਟੂ ਰੋਬਿਨ ਹਿਲ ਐਡਵੈਂਚਰ ਪਾਰਕ। ਰੋਬਿਨ ਹਿਲ ਐਡਵੈਂਚਰ ਪਾਰਕ ਦਾ ਇਹਦਾ ਆਨਸਰ ਆ ਜਾਣਾ ਸੀ, ਟੂ ਇਲਸਟ੍ਰੇਟ ਅ ਵੀਕਨੈਸ ਇਨ WZCS ਡਾਕੂਮੈਂਟ। ਵੀਕਨੈਸ ਅਗੇਨ ਫਲॉ, ਕਮੀ, ਸ਼ਾਰਟਕਮਿੰਗ, ਡਿਫੈਕਟ, ਇਲਸਟ੍ਰੇਟ ਕਰਨਾ, ਸ਼ੋਅ ਕਰਨਾ। WCZS ਦੀਆਂ ਜੋ ਕਮੀਆਂ ਸੀਗੀਆਂ WZCS ਦੀਆਂ, ਉਹਨਾਂ ਕਮੀਆਂ ਨੂੰ ਦਿਖਾਉਣ ਵਜੋਂ ਕਿ ਉਦਾਹਰਨ ਵਜੋਂ ਵਰਤਿਆ। ਇਹ ਕਿਵੇਂ ਵਰਤਿਆ ਉਦਾਹਰਨ ਵਜੋਂ ਆਪਾਂ ਇੱਧਰ ਦੇਖਦੇ ਹਾਂ। ਦੇਖੋ ਆਹ ਆਪਾਂ ਗੱਲਾਂ ਇੱਥੇ ਪੜ੍ਹੀਆਂ ਹੋਈਆਂ ਵੀ ਸੈਕੰਡ ਫਲॉ ਕੀ ਸੀਗਾ। ਆਹ ਸਾਰਾ ਜੇ ਆਪਾਂ ਇਹਨੂੰ ਦੁਬਾਰਾ ਦੇਖੀਏ, ਸੈਕੰਡ ਫਲॉ ਸੀਗਾ ਵੀ ਨੇਵ ਫੇਥ, ਵੀ ਚੱਜ ਨਾਲ ਇੰਸਪੈਕਟ ਨਹੀਂ ਕਰਦੇ ਸੀਗੇ, ਵੈਸੇ ਬੰਦੇ ਨੂੰ ਮੈਂਬਰ ਬਣਾ ਲੈਂਦੇ ਸੀ। ਕ੍ਰਾਈਟੀਰੀਆ ਫॉर ਇਨਕਲੂਜਨ ਕੀ ਸੀਗਾ ਵੀ that the zoo is member of zoo federation or association। ਉੱਥੋਂ ਦੇ ਜੋ ਲੋਕਲ ਫੈਡਰੇਸ਼ਨ ਵਗੈਰਾ ਜੇ ਉਹਦੇ ਮੈਂਬਰ ਆ ਤਾਂ ਇਸ ਨੂੰ ਬਣਾ ਲਾਂਗੇ। ਕਹਿੰਦੇ ਵੀ ਠੀਕ ਆ, ਗੁੱਡ ਸਟਾਰਟਿੰਗ ਪੁਆਇੰਟ ਵੀ ਚਲੋ ਐਂ ਸ਼ੁਰੂ ਕਰ ਲਓ। ਵਰਕਿੰਗ ਔਨ ਦ ਪ੍ਰੇਮਿਸ ਦੈਟ ਮੈਂਬਰਸ ਮਸਟ ਬੀਟ ਸਰਟਨ ਸਟੈਂਡਰਡਸ। ਮਤਲਬ ਉਹਨਾਂ ਨੂੰ ਤਾਂ ਇਹ ਆਪ ਹੀ ਮੰਨੀ ਬੈਠੇ ਸੀਗੇ ਵੀ ਠੀਕ ਹੈ ਜੇ ਮੈਂਬਰ ਹੋਣਗੇ ਤਾਂ ਕੁਝ ਸਟੈਂਡਰਡ ਉਹਨਾਂ ਨੇ ਮੇਨਟੇਨ ਕਰਕੇ ਰੱਖੇ ਹੋਣੇ ਆ। ਪਰ ਉਹ ਕਹਿੰਦੇ ਜਿਹੜੇ ਫੈਕਟਸ ਆ ਡੋਂਟ ਸਪੋਰਟ ਦ ਥਿਊਰੀ, ਵੀ ਪਰ ਜੋ ਤੱਥ ਆ ਧਰਤੀ ਤੇ ਗਰਾਊਂਡ ਰਿਐਲਿਟੀ ਹੈ ਜੋ ਇਹਨਾਂ ਦੀ ਥਿਊਰੀ ਸੀ, ਜੋ ਇਹਨਾਂ ਦੀ ਥਿੰਕਿੰਗ ਸੀ ਵੀ ਇਹ ਲੋਕਲ ਫੈਡਰੇਸ਼ਨ ਦੇ ਮੈਂਬਰ ਹੈ, ਇਹਨਾਂ ਨੂੰ ਆਪਾਂ WZCS ਦੇ ਮੈਂਬਰ ਬਣਾ ਲੈਂਦੇ ਹਾਂ। ਉੱਥੋਂ ਦੇ ਮੈਂਬਰ ਆਫ ਫੈਡਰੇਸ਼ਨ ਧਿਆਨ ਰੱਖਦੀ ਹੋਊਗੀ, ਪਰ ਨਹੀਂ ਰੱਖਦੀ ਨਹੀਂ ਸੀਗੀ। ਦ ਫੈਕਟਸ ਡੋਂਟ ਸਪੋਰਟ ਦ ਥਿਊਰੀ। ਉਹਦੇ ਵਿੱਚ ਗਾਂ ਫਿਰ ਇਹਨਾਂ ਨੇ ਸਾਰਾ ਲਿਖਿਆ ਆ ਗਿਆ ਵੀ ਗ੍ਰੇਟਲੀ ਅਮੈਰੀਕਨ ਐਸੋਸੀਏਸ਼ਨ ਆਫ ਜ਼ੂਲੋਜੀਕਲ ਗਾਰਡਨਸ ਆਫ ਜਿਹੜੀ ਹੈਗੀ ਹੈ, ਦੇ ਹੈਡ ਐਕਸਟ੍ਰੀਮਲੀ ਡੂਬੀਅਸ ਮੈਂਬਰਸ। ਵੀ ਅਮੈਰੀਕਾ ਵਾਲਿਆਂ ਦੇ ਮੈਂਬਰ ਵੀ ਬੜੇ ਸ਼ੱਕੀ ਸੀ, ਡੂਬੀਅਸ ਇੱਕ ਤਰ੍ਹਾਂ ਸ਼ੱਕੀ ਹੋ ਗਿਆ ਵੀ ਜਿਨ੍ਹਾਂ ਤੇ ਆਪਾਂ ਟਰਸਟ ਨਹੀਂ ਕਰ ਸਕਦੇ, ਵੀ ਪਤਾ ਨਹੀਂ ਕਿਹਨੂੰ ਬਣਾ ਰੱਖਿਆ। ਅਤੇ ਜਿਹੜੇ ਆਪਣੇ UK ਵਾਲੇ ਸੀਗੇ ਗਾਰਡਨਸ ਆਫ ਗ੍ਰੇਟ ਬ੍ਰਿਟੇਨ, ਆਇਰਲੈਂਡ, ਓਕੇਸ਼ਨਲੀ ਹੈਡ ਮੈਂਬਰਸ ਦੈਟ ਹੈਵ ਬੀਨ ਰਾਊਂਡਲੀ ਸੈਂਸਰਡ ਇਨ ਨੈਸ਼ਨਲ ਪ੍ਰੈਸ। ਅਤੇ ਇਹਨਾਂ ਦੇ ਵੀ ਕਈ ਵਾਰੀ ਐਵੇਂ ਦੇ ਮੈਂਬਰ ਬਣੇ ਸੀ ਜਿਨ੍ਹਾਂ ਨੂੰ ਨੈਸ਼ਨਲ ਪ੍ਰੈਸ ਨੇ ਪੂਰੀ ਤਸੱਲੀ ਕਰਾਈ ਸੀ, ਕੰਡੈਮ ਕੀਤਾ ਸੀ, ਕ੍ਰਿਟੀਸਾਈਜ਼ ਕੀਤਾ ਸੀਗਾ ਜਿਨ੍ਹਾਂ ਨੂੰ। ਉਹਦੇ ਵਿੱਚ ਫਿਰ ਗਾਂ ਰੋਬਿਨ ਹਿਲ ਐਡਵੈਂਚਰ ਪਾਰਕ ਦੀ ਗੱਲ ਆਉਂਦੀ ਹੈ ਜਿਹੜਾ ਆਪਾਂ ਪੜ੍ਹ ਕੇ ਹਟੇ ਹਾਂ ਵੀ ਇਟ ਵਾਜ਼ ਸ਼ਟ ਡਾਊਨ। ਉਹ ਆ ਗਿਆ, ਇਟ ਵਾਜ਼ ਨੋਟੋਰੀਅਸ, ਬੜਾ ਬਦਨਾਮ ਸੀਗਾ। ਪਹਿਲਾਂ ਤਾਂ ਇਹਨੂੰ ਬਚਾਈ ਗਏ ਲੋਕਲ ਕੌਂਸਲ ਵਾਲੇ, ਫਿਰ ਇਟ ਵਾਜ਼ ਕਲੋਜ਼ ਡਾਊਨ ਫੋਲੋਇੰਗ ਅ ਡੈਮਿੰਗ ਰਿਪੋਰਟ ਬਾਏ ਵੈਟਰਨਰੀ ਇੰਸਪੈਕਟਰ। ਵੈਟਰਨਰੀ ਇੰਸਪੈਕਟਰ ਨੇ ਇੱਕ ਬੜੀ ਭੈੜੀ ਰਿਪੋਰਟ ਇਹਨਾਂ ਬਾਰੇ ਲਿਖੀ ਵੀ ਇੱਥੇ ਤਾਂ ਜਿਹੜਾ ਹੈਗਾ ਰੋਬਿਨ ਹਿਲ ਐਡਵੈਂਚਰ ਪਾਰਕ ਹੈ, ਇੱਥੇ ਤਾਂ ਜਾਨਵਰਾਂ ਦਾ ਧਿਆਨ ਨਹੀਂ ਰੱਖਦੇ ਅਤੇ ਐਂਡ ਆਲ ਦੈਟ। ਉਸ ਤੋਂ ਬਾਅਦ ਬੰਦ ਹੋਇਆ। ਸੋ ਇੱਕ ਉਦਾਹਰਨ ਵਜੋਂ ਵਰਤਿਆ ਗਿਆ ਵੀ ਹਾਂ ਯਾਰ ਵਾਕਈ ਇਹਨਾਂ ਦੇ ਵਿੱਚ ਕੁਛ ਕਮੀਆਂ ਹੈਗੀਆਂ। ਜਾਂ ਨੰਬਰ 25 ਹੈ, what word
best describes the writer's response to Colin Tudge's prediction on captive breeding program? ਜਿਹੜਾ ਕੋਲਿਨ ਟੁਜ ਹੈ ਇਸਨੇ ਇੱਕ ਭਵਿੱਖਬਾਣੀ ਕੀਤੀ, ਪ੍ਰੈਡਿਕਸ਼ਨ ਕੀਤੀ, ਜਾਂ ਇਸਨੇ ਇੱਕ ਐਕਸਪੈਕਟੇਸ਼ਨ ਰੱਖੀ, ਉਮੀਦ ਰੱਖੀ, ਇਹਦਾ ਯਕੀਨ ਹੈ, ਇਹ ਬਿਲੀਵ ਕਰਦਾ ਵੀ ਐਂ ਹੋਊਗਾ ਵੀ ਗਾਹ ਜਾ ਕੇ ਜਿਹੜਾ ਕੈਪਟਿਵ ਬਰੀਡਿੰਗ ਪ੍ਰੋਗਰਾਮ ਆ ਕਿਵੇਂ ਰਹੂਗਾ। ਇਸ ਜਿਹੜਾ ਆਨਸਰ ਆ ਇਹ ਆਊਗਾ ਡਿਸਬਲੀਵਿੰਗ। ਹੁਣ ਆਪਾਂ ਦੂਸਰੇ ਜੇ ਆਪਾਂ ਦੇਖੀਏ ਇੰਪਾਰਸ਼ਲ, ਜਿਹੜਾ ਬੰਦਾ ਇੰਪਾਰਸ਼ਲ ਹੁੰਦਾ ਫੇਅਰ ਹੁੰਦਾ, ਡਿਸਕ੍ਰਿਮੀਨੇਸ਼ਨ ਨਹੀਂ ਕਰਦਾ ਹੁੰਦਾ, ਪੱਖਪਾਤ ਨਹੀਂ ਕਰਦਾ, ਬਾਇਸ ਨਹੀਂ ਹੁੰਦਾ ਉਹਦੇ 'ਚ, ਇਹ ਸਾਰੇ ਵਰਡ ਹੁੰਦੇ ਇਹਦੇ ਨਾਲ ਰਿਲੇਟਡ, ਪੱਖਪਾਤ ਦੇ ਜਾਵੇਂ, ਇੰਪਾਰਸ਼ੀਅਲ, ਪਾਰਸ਼ੀਅਲਿਟੀ ਨਹੀਂ ਕਰਦਾ। ਪ੍ਰਿਜੁਡਿਸ ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਜਿਹੜਾ ਬੰਦਾ ਪ੍ਰਿਜੁਡਿਸਡ ਹੈ ਉਹ ਡਿਸਕ੍ਰਿਮੀਨੇਟ ਕਰਦਾ, ਪੱਖਪਾਤ ਕਰਦਾ। ਬਿਗਟ ਹੈ, ਬਿਗਟਰੀ ਵਾਲੇ ਪਾਸੇ ਵਰਡ ਚਲਾ ਜਾਂਦਾ ਹੈ। ਅਸੈਪਟਿੰਗ ਚਲੋ ਆ ਗਿਆ ਨਾ, ਸੋ ਇਹਦਾ ਆਨਸਰ ਆਉਣਾ ਡਿਸਬਲੀਵਿੰਗ। ਡਿਸਬਲੀਵਿੰਗ ਕਿਵੇਂ ਆਊਗਾ, ਕੁਝ ਜਦੋਂ ਆਪਾਂ ਇਹਨੂੰ ਇੱਧਰ ਦੇਖਾਂਗੇ ਆਪਣਾ ਨਿਕਲਿਆ ਹੋਣਾ, ਜਾਂ ਦੇਖੋ ਦੁਬਾਰਾ ਆਪਾਂ ਹੀ ਦੇਖਾਂਗੇ, ਪਹਿਲਾਂ ਵੀ ਆਪਾਂ ਕੀਤਾ, ਬਟ ਵੀ ਵਿਲ ਰੀਡ ਇਟ ਅਗੇਨ। ਦੇਖੋ ਕੋਲਿਨ ਟੁਜ, author of Lost Animals at the Zoo, ਇਹਨੇ ਕਿਤਾਬ ਲਿਖੀ ਹੈ, argues that a world zoos work together in cooperative breeding. He argues, as in he claims, ਉਹ ਆਖਦਾ ਵੀ ਜੇ ਰਲ ਕੇ ਕੋਆਪਰੇਟ ਕਰਨ ਇਕੱਠੇ, then even without further expansion, ਵੀ ਚਾਹੇ ਹੋਰ ਨਵੇਂ ਮੈਂਬਰ ਆਪਾਂ ਨਾ ਵੀ ਬਣਾ ਕੇ, ਹੋਰ ਇਹਨੂੰ ਨਾ ਐਕਸਪੈਂਡ ਕਰੀਏ ਬੋਡੀ ਨੂੰ, ਫਿਰ ਵੀ ਉਹ 2000 ਸਪੀਸੀਜ਼ ਬਚਾ ਲੈਣਗੇ, ਕੰਜ਼ਰਵ ਕਰ ਲੈਣਗੇ। ਹੁਣ ਡਿਸਬਲੀਵ ਵਾਲੇ ਪਾਸੇ ਕਿਵੇਂ ਜਾਂਦਾ, ਵੀ ਡਿਸਬਲੀਫ ਵੀ ਯਾਰ ਐਂ ਥੋੜੀ ਹੋ ਜਾਊਗਾ, ਕਿਵੇਂ ਜਾਂਦਾ ਉਹ ਇੱਧਰੋਂ ਆ ਗਿਆ। This seems an extremely optimistic proposition. Extremely optimistic ਦਾ ਮਤਲਬ ਜਿਹੜਾ ਬੰਦਾ optimistic ਉਹ ਆਖਦਾ ਵੀ ਸਾਰਾ ਕੁਝ ਚੰਗਾ ਹੋਊਗਾ, ਵਧੀਆ ਹੋਊਗਾ, ਕੋਈ ਨਾ। ਕਈ ਵਾਰੀ ਹੁੰਦਾ ਵੀ ਆਪਾਂ ਮਤਲਬ ਐਗਜ਼ਾਮ ਦੇਣ ਜਾਂਦੇ ਹਾਂ, ਆਪਾਂ ਤਾਂ ਉਹਨਾਂ ਪੜ੍ਹੇ ਨਹੀਂ ਹੁੰਦੇ, ਪਰ ਆਪਣੀ ਦਾਦੀ ਨਾਨੀ ਮਾਂ ਦੇ ਕੋਈ ਨਾ ਪਤਾ ਬਹੁਤ ਵਧੀਆ ਹੋਊਗਾ, ਉਹ ਐਕਸਟ੍ਰੀਮਲੀ ਆਪਟੀਮਿਸਟਿਕ ਗੱਲ ਹੋ ਜਾਂਦੀ ਵੀ ਆਪਾਂ ਨੂੰ ਤਾਂ ਪਤਾ ਹੁੰਦਾ ਕਿਹੜਾ ਪੜ੍ਹ ਕੇ ਗਏ ਵਧੀਆ ਹੋਣਾ। ਯਾਨੀ ਕਿ ਇਹਨੂੰ ਆਪਾਂ ਇਹ ਵੀ ਲਿਖ ਸਕਦੇ ਹਾਂ, ਦਿਸ ਕਹਿ ਸਕਦੇ ਸੀਗੇ, ਦਿਸ ਸੀਮਸ ਐਨ ਐਕਸਟ੍ਰੀਮਲੀ ਅੰਬੀਸ਼ੀਅਸ ਟਾਰਗੇਟ। ਬੜਾ ਐਂਬੀਸ਼ੀਅਸ ਟਾਰਗੇਟ ਹੈ ਵੀ ਐਡਾ ਕਿਵੇਂ ਹੋਊਗਾ, ਐ ਨਹੀਂ ਅਚੀਵ ਹੋਣਾ। ਫॉर अ मैन हू मस्ट बी अवेयर ऑफ फीलिंग्स एंड वीकनेस ऑफ ਜ਼ੂ ਇੰਡਸਟਰੀ। ਜਿਹਨੂੰ ਪਤਾ ਹੀ ਹੈ ਯਾਰ ਵੀ ਜ਼ੂ ਇੰਡਸਟਰੀ ਦੇ ਵਿੱਚ ਕਿੰਨੀਆਂ ਕਮਜ਼ੋਰੀਆਂ, ਕਿੰਨੀਆਂ ਕਮੀਆਂ ਤੈਨੂੰ ਪਤਾ ਹੋਣਾ ਚਾਹੀਦਾ। ਤੂੰ ਜ਼ੂ ਇੰਡਸਟਰੀ ਦੇ ਨਾਲ ਜੁੜ ਕੇ ਬੈਠਾ, ਫਿਰ ਵੀ ਤੂੰ ਉੱਥੇ ਆਖੀ ਜਾਂਦਾ ਜੇ ਰਲ ਕੇ ਕੰਮ ਕਰਨਗੇ 2000, ਐਵੇਂ ਐਡੇ ਐਡੇ ਵੱਡੇ ਦਾਅਵੇ ਕਰੀ ਜਾਂਦਾ ਤੂੰ, ਹੈ ਨਾ। One member of the council of London Zoo had to persuade zoo to devote more of its activities to conservation. ਵੀ ਜਦੋਂ ਆਪ ਇਹ ਮੈਂਬਰ ਸੀਗਾ ਲੰਡਨ ਜ਼ੂ ਦਾ, ਇਹਨੇ ਤਾਂ ਆਪ ਬੜਾ ਹੱਥ ਬੰਨੇ, ਪੂਰਾ ਮਸਾਂ ਜ਼ੋਰ ਲਾ ਕੇ ਇਹਨੇ ਪਰਸਿਊਟ ਕੀਤਾ, ਕਨਵਿੰਸ ਕੀਤਾ ਉਹਨਾਂ ਨੂੰ ਵੀ ਭਾਈ ਤੁਸੀਂ ਆ ਕੇ ਕੰਜ਼ਰਵੇਸ਼ਨ ਪ੍ਰੋਗਰਾਮ ਵਾਲੇ ਪਾਸੇ ਜਾਓ। ਮੋਰ ਓਵਰ ਵੇਅਰ ਆਰ ਦ ਫੈਕਟਸ ਟੂ ਸਪੋਰਟ ਸੱਚ ਆਪਟੀਮਿਜ਼ਮ। ਨਾ ਹੀ ਤੱਥ ਹੈ ਗਰਾਊਂਡ ਦੇ ਉੱਤੇ, ਗਰਾਊਂਡ ਰਿਐਲਿਟੀ ਡਿਫਰੈਂਟ ਹੈ। ਇਹਦਾ ਮਤਲਬ ਕੋਲਿਨ ਕੀ ਨਾ ਇਹਦਾ ਕੋਲਿਨ ਟੁਜ ਜੋ ਕਹਿ ਰਿਹਾ ਸੀਗਾ ਵੀ 2000 ਤੱਕ ਆਪਾਂ ਪ੍ਰਜ਼ਰਵ ਕਰਕੇ ਰੱਖ ਲਾਂਗੇ ਜੇ ਆਪਾਂ ਨਾਲ ਮਿਲ ਕੇ ਕੰਮ ਕੀਤਾ, ਉਹ ਡਿਸਬਲੀਫ ਵਾਲੀ ਗੱਲ ਆ। ਉਹ ਐਵੇਂ ਬੜਾ ਅੰਬੀਸ਼ੀਅਸ, ਬੜਾ ਓਵਰਲੀ ਆਪਟੀਮਿਸਟਿਕ ਉਹ ਪ੍ਰੋਜੈਕਸ਼ਨ ਹੈ, ਤੇ ਉਹਨੂੰ ਤਾਂ ਕਰਨੀ ਨਹੀਂ ਚਾਹੀਦੀ। ਉਹਨੂੰ ਤਾਂ ਆਪ ਨੂੰ ਪਤਾ ਵੀ ਕਿੰਨਾ ਔਖਾ ਉਹਨੇ ਲੰਡਨ ਜ਼ੂ ਵਾਲੇ ਬਣਾਏ ਸੀ, ਸੋ ਚੀਜ਼ ਉਵੇਂ ਆ ਜਾਣੀ ਹੈ। ਨੈਕਸਟ ਜਿਹੜੇ ਆਪਣੇ ਕੁਐਸਚਨ ਆ ਗਏ, the writer mentions a number of factors which led him to doubt the value of WZCS. Doubting its value, ਵੀ ਰਾਈਟਰ ਨੇ ਦੇਖਿਆ ਵੀ ਕਈ ਚੀਜ਼ਾਂ ਜਿਹਦੇ ਕਰਕੇ ਮੈਨੂੰ ਸ਼ੱਕ ਹੈ ਜਾਂ ਮੈਨੂੰ ਲੱਗਦਾ ਵੀ ਜੋ ਇਸ ਦਾ ਇੰਟੈਂਸ਼ਨ ਹੈ, ਜੋ ਇਸ ਦਾ ਆਬਜੈਕਟਿਵ ਹੈ WZCS ਦਾ, ਇਸ ਤੋਂ ਅਚੀਵ ਨਹੀਂ ਹੋਣਾ। ਸੋ ਕਿਹੜੀਆਂ ਕਿਹੜੀਆਂ ਉਹ ਇਹਨੇ ਮੈਂਸ਼ਨ ਕੀਤੀਆਂ। ਇਹਦਾ ਆ ਜਾਊਗਾ A, D and E, A, D and E। ਹੁਣ ਆਪਾਂ ਪਹਿਲਾਂ A ਤੇ ਜਾਂਦੇ ਹਾਂ। ਦ ਨੰਬਰ ਆਫ ਅਨਰਜਿਸਟਰਡ ਜ਼ੂਜ਼ ਇਨ ਦ ਵਰਲਡ, ਇਹਨੇ ਸਾਰੇ ਫਲॉज ਕੱਢੇ ਆ। ਪਹਿਲਾ ਜਿਹੜਾ ਇਹਨੇ ਫਲॉ ਕੱਢਤਾ ਉਹ ਇੱਧਰ ਆ ਗਿਆ 3rd ਪੈਰਾਗ੍ਰਾਫ 'ਚ। The WZCS estimates आ गया that there are about 10,000 zoos in the world। 10,000 ਹੈਗਾ ਉਹ ਕਹਿੰਦੇ, ਉਹਨਾਂ ਜਿਹੜੀਆਂ 1000 ਆ ਕੋਰ ਆਫ ਕੁਆਲਿਟੀ ਕਲੈਕਸ਼ਨਸ, ਵੀ 10,000 ਚੋਂ 1000 ਚ ਤਾਂ ਕੋਰ ਆ, ਮੇਨ ਆ 1000 ਜਿਹੜੀਆਂ ਹੈਗੀਆਂ, ਤੇ ਉਹ ਇਹਨਾਂ 'ਚ ਪਾਰਟੀਸਪੇਟ ਹਿੱਸਾ ਲੈ ਸਕਦੇ ਆ। ਕੋਆਰਡੀਨੇਟਿਵ ਕੰਜ਼ਰਵੇਸ਼ਨ ਪ੍ਰੋਗਰਾਮਸ, ਵੀ ਰਲ ਮਿਲ ਕੇ ਕੋਆਰਡੀਨੇਟ ਕਰਕੇ ਤਾਲਮੇਲ ਬਣਾ ਕੇ ਜੇ ਆਪਾਂ ਜੜ੍ਹਾਂ ਨੂੰ ਬਚਾਉਣਾ ਵੇਸ 'ਚ ਆ ਜਾਊਗਾ। ਦਿਸ ਇਜ਼ ਦ ਡਾਕੂਮੈਂਟਸ ਫਸਟ ਫੀਲਿੰਗ। ਪਹਿਲਾ ਉਹਨੂੰ ਡਾਊਟ, ਪਹਿਲਾ ਸ਼ੱਕ, ਜਿਸ ਕਰਕੇ ਉਹ ਸਸਪੈਕਟ ਕਰਦਾ, ਉਹਨੂੰ ਸਸਪੀਸ਼ੀਅਸ ਹੈ ਵੀ ਇਹ ਕਾਮਯਾਬ ਹੋਊਗਾ ਕਿ ਨਹੀਂ ਹੋਊਗਾ। ਜਿਹੜੀਆਂ ਇਹਦੀਆਂ ਮਿਸਗਿਵਿੰਗਸ ਉਹ ਇੱਥੋਂ ਸ਼ੁਰੂ ਹੋ ਜਾਂਦੀਆਂ।
ਉਹ ਕਹਿੰਦਾ ਵੀ 10,000 ਇਜ਼ ਅ ਸੀਰੀਅਸ ਅੰਡਰ ਐਸਟੀਮੇਟ ਆਫ ਟੋਟਲ ਨੰਬਰ ਆਫ ਪਲੇਸਿਸ ਮੈਸਕਰੇਡਿੰਗ ਐਜ਼ ਜ਼ੂਲੋਜੀਕਲ ਐਸਟੈਬਲਿਸ਼ਮੈਂਟ। ਸੀਰੀਅਸ ਅੰਡਰ ਐਸਟੀਮੇਟ, ਵੀ ਬਹੁਤ ਜ਼ਿਆਦਾ ਅੰਡਰ ਐਸਟੀਮੇਟ ਕਰੀ ਬੈਠੇ ਹੋ ਤੁਸੀਂ 10,000 ਜ਼ੂ, ਨੰਬਰ ਆਫ ਜ਼ੂਸ ਤਾਂ ਬਹੁਤ ਜ਼ਿਆਦਾ, ਰਾਈਟ। ਵਿਚ ਆਰ ਹੁਣ ਜਿਹੜਾ ਨਾ ਮੈਸਕੁਰੇਡ ਹੋ ਗਿਆ ਵੀ ਭੇਸ ਬਦਲ ਕੇ ਬੈਠਿਆ ਜਾਂ ਉਵੇਂ, ਉਹ ਮੈਸਕੁਰੇਡ ਹੋ ਗਿਆ ਵੀ ਜਿਹੜੇ ਆਪਦੇ ਆਪ ਨੂੰ ਜ਼ੂਸ ਆਖਦੇ ਆ, ਸੋ ਉਹ ਚੀਜ਼ 'ਚ ਉਵੇਂ ਗਿਆ ਵੀ ਪਹਿਲਾ ਜਿਹੜਾ ਉਹ ਆ ਗਿਆ ਉਹਦਾ ਆਨਸਰ ਆਪਣਾ ਇਹ ਵਾਲਾ, ਦ ਨੰਬਰ ਆਫ ਅਨਰਜਿਸਟਰਡ ਜ਼ੂਸ ਇਨ ਦਾ ਵਰਲਡ। ਵੀ ਤਾਂ ਸੀਰੀਅਸ ਅੰਡਰ ਐਸਟੀਮੇਟ ਆ ਤੁਹਾਡਾ ਜਿਹੜਾ ਤੁਸੀਂ 10,000 ਰੱਖੀਆਂ ਨਾ ਬਾਲੀਆਂ, ਧਿਆਨ ਨਾਲ ਦੇਖੋ ਸਾਰੀਆਂ। ਜਿਹੜਾ ਆ ਗਿਆ ਆਪਣਾ ਡੀ, ਦ ਫੇਲਿਅਰ ਆਫ WZCS ਟੂ ਐਗਜ਼ਾਮਿਨ ਸਟੈਂਡਰਡਸ ਆਫ ਕੋਰ ਜ਼ੂਸ। ਅਗੇਨ ਜਿਹੜੀਆਂ ਉਹਨਾਂ ਨੇ ਮੈਂਬਰ ਬਣਾਈਆਂ ਉਹਨਾਂ ਦੇ ਜੋ ਸਟੈਂਡਰਡ ਆ ਵੀ ਉੱਥੇ ਕੰਮ ਚੰਗਾ ਹੋ ਰਿਹਾ ਮੰਦਾ ਹੋ ਰਿਹਾ ਕਿਵੇਂ ਹੋ ਰਿਹਾ, ਵੀ ਸੀਰੀਅਸਲੀ ਉਹਨਾਂ ਨੇ ਇਵੈਲੂਏਟ ਨਹੀਂ ਕੀਤਾ। ਇਹ ਚੀਜ਼ ਵੀ ਆਪਾਂ ਆਲਰੇਡੀ 2 ਵਾਰੀ ਪੜ੍ਹ ਚੁੱਕੇ ਹਾਂ ਪਿਛਲੇ ਆਨਸਰਾਂ ਦੇ ਵਿੱਚ ਜਦੋਂ ਆਪਾਂ ਕੀਤੇ ਆ। ਇਹ ਚੀਜ਼ ਇੱਥੇ ਆ ਜਾਣੀ, ਨਾਈਵ ਫੇਥ ਵਾਲਾ ਜਿਹੜਾ ਮੈਂ ਤੁਹਾਨੂੰ ਕਰਾਇਆ ਸੀ ਆ ਸੀ। ਸੈਕੰਡ ਫਲੋ ਆ ਗਿਆ ਇਹ ਨਾਈਵ ਫੇਥ, ਵੀ ਤਾਂ ਜਮਾ ਬੱਚਿਆਂ ਨੂੰ ਉਹਦੇ ਤੇ ਯਕੀਨ ਕਰੀ ਬੈਠੇ ਆ, ਹੈ ਨਾ। ਇਹਦਾ ਵੀ one would assume that caliber of these institutions would have been carefully examined। ਵੀ ਬੰਦਾ ਸੋਚਦਾ ਹੈ ਵੀ ਇਹਨਾਂ ਦਾ ਜੋ ਕੈਲੀਬਰ ਹੈ, ਇਹਨਾਂ ਦਾ ਜੋ ਲੈਵਲ ਹੈ, ਇਹਨਾਂ ਦੇ ਸਟੈਂਡਰਡ ਆ, ਬੜੇ ਕੇਅਰਫੁਲੀ ਇਹਨਾਂ ਨੇ, ਬੜੇ ਰਿਗਰਸਲੀ, ਬੜੇ ਥੋਰੋਲੀ, ਇਨ ਅ ਵੈਰੀ ਐਗਜ਼ੌਸਟਿਵ ਮੈਨਰ ਇਹਨਾਂ ਨੇ ਉਹ ਕੀਤੇ ਹੋਣੇ ਆ, ਚੈੱਕ ਕੀਤੇ ਹੋਣੇ ਆ। ਬਟ ਇਟ ਅਪੀਅਰਸ ਦੈਟ ਦ ਕ੍ਰਾਈਟੇਰੀਅਨ ਫॉर ਇਨਕਲੂਜਨ ਔਨ ਦ ਸਿਲੈਕਟ ਲਿਸਟ। ਪਰ ਉਹ ਕਹਿੰਦਾ ਵੀ ਮੈਨੂੰ ਪਰ ਇਹ ਲੱਗ ਰਿਹਾ ਇਹ ਸਾਹਮਣੇ ਆਇਆ ਵੀ ਜੋ ਕ੍ਰਾਈਟੇਰੀਆ, ਜੋ ਸਟੈਂਡਰਡ ਇਹਨਾਂ ਨੇ ਵਰਤੇ ਆ WZCS ਦੇ ਮੈਂਬਰ ਬਣਾਉਣ ਵਾਸਤੇ, ਉਹ ਸਿਰਫ ਇਹੀ ਵਰਤੇ ਜਿਹੜਾ ਆਪਾਂ ਪਹਿਲਾਂ ਕੀਤਾ ਤੁਹਾਨੂੰ ਸਮਝਾਇਆ ਵੀ ਜੇ ਲੋਕਲ ਫੈਡਰੇਸ਼ਨ ਦਾ ਮੈਂਬਰ ਆ ਤਾਂ ਜੀ ਇਹਨੂੰ ਤੁਸੀਂ ਰੱਖ ਲਓ। ਇਸ ਕਰਕੇ ਸੈਕੰਡ ਉਹਦਾ ਫਲੋ ਆ ਗਿਆ। ਜਿਹੜਾ ਈ ਹੈ, ਦ ਅਨਰੀਅਲਿਸਟਿਕ ਏਮ ਆਫ WZCS in view of the number of species saved to date। ਅਨਰੀਅਲਿਸਟਿਕ ਏਮ ਆਫ WZCS ਵੀ ਜਿਹੜੇ ਇਹਨਾਂ ਦੇ ਏਮਸ ਆ, ਜਿਹੜੇ ਇਹਨਾਂ ਦੇ ਗੋਲਸ ਆ, ਅੰਬੀਸ਼ਨ ਆ, ਜੋ ਟਾਰਗੇਟ ਆ, ਉਹ ਅਨਰੀਅਲਿਸਟਿਕ ਆ। ਰੀਅਲਿਸਟਿਕ ਹੁੰਦਾ ਰੀਜ਼ਨੇਬਲ, ਵੀ ਜੋ ਹੋ ਸਕਦਾ। ਅਨਰੀਅਲਿਸਟਿਕ ਫਿਰ ਉਸੇ ਕੈਟੇਗਰੀ 'ਚ ਆ ਗਿਆ ਵੀ ਤਾਂ ਬਾਲੇ ਵੱਡੇ ਵੱਡੇ ਟਾਰਗੇਟ ਰੱਖੀ ਬੈਠੇ ਆ, ਓਵਰਲੀ ਐਂਬੀਸ਼ੀਅਸ ਨੇ, ਓਵਰਲੀ ਆਪਟੀਮਿਸਟਿਕ ਨੇ। ਸੋ ਅਨਰੀਅਲਿਸਟਿਕ ਏਮ ਆਫ WZCS in view of the number of species saved to date। ਜੇ ਦੇਖਾਂਗੇ ਅੱਜ ਤੱਕ ਜਿੰਨੀਆਂ ਸੇਵ ਕੀਤੀਆਂ, ਥੋੜੀਆਂ ਹੀ ਤਾਂ ਸੇਵ ਕੀਤੀਆਂ, ਉਹ ਤੇ ਪਰ ਐਡੇ ਟਾਰਗੇਟ ਰੱਖੀ ਬੈਠੇ। ਇਹ ਵੀ ਇਹਦਾ ਉਸ ਨੂੰ ਫਲੋ ਲੱਗਿਆ। ਇਹ ਆ ਜਾਣਾ ਆਪਣਾ ਲਾਸਟ ਪੈਰਾਗ੍ਰਾਫ 'ਚ, ਇਹ ਚੀਜ਼ ਆ ਜਾਣੀ ਹੈ ਜਿਹਨੂੰ ਆਪਾਂ ਦੇਖੀਏ। ਟੁਡੇ ਅਪਰੋਕਸੀਮੇਟਲੀ 16 species might be said to have been saved। ਵੀ 16 ਹੀ ਬਚਾਈਆਂ ਹਾਲੇ ਤੱਕ ਆਪਾਂ। ਤੇ ਜਿਹੜਾ ਨੰਬਰ ਇਟ ਕੈਨ ਹਾਰਡਲੀ ਬੀ ਰੀਸਾਊਂਡਿੰਗ ਸਕਸੈਸ। ਕੁਛ ਨਹੀਂ, ਰੀਸਾਊਂਡਿੰਗ ਸੇ ਕੋਈ ਬੜੀ ਵੱਡੀ ਕਾਮਯਾਬੀ ਨਹੀਂ ਇਹ ਥੰਪਿੰਗ ਕੋਈ ਵਿਕਟਰੀ ਨਹੀਂ ਇਹਨਾਂ ਦੀ। ਇਹ ਇਟ ਇਜ਼ ਨਾਟ ਸਮਥਿੰਗ ਟੂ ਟਾਕ ਰਾਈਟ ਹੋਮ ਅਬਾਊਟ, ਵੀ ਐਡੀ ਵੱਡੀ ਗੱਲ ਨਹੀਂ ਗੀ ਇਹ। ਬਿਯੋਂਡ ਦੈਟ ਅਬਾਊਟ ਫਰਦਰ 20 species are being seriously considered for zoo conservation programs, given that the international conference at London Zoo was held 30 years ago। 30 ਸਾਲ ਪਹਿਲਾਂ ਹੋਏ ਸੀ ਤੇ 30 ਸਾਲਾਂ ਦੇ ਵਿੱਚ ਇਹਨਾਂ ਨੇ ਸਿਰਫ ਆਹ 16 ਤੇ 20 30-35 ਇਹਨਾਂ ਤੋਂ ਬਚਾਏ ਗਏ ਆ। ਇਹ ਸਲੋ ਪ੍ਰੋਗਰੈਸ ਆ, ਜਿਵੇਂ ਉਹ ਆਖਦੇ ਆ ਚੀਜ਼ ਇੱਥੇ ਆ ਜਾਂਦੀ, ਇਟਸ ਅ ਪ੍ਰੀਟੀ ਸਲੋ ਪ੍ਰੋਗਰੈਸ ਐਂਡ ਅ ਲੌਂਗ ਵੇ ਆਫ ਟੂਵਰਡਸ ਟਾਰਗੇਟ ਆਫ 2000। ਇਟਸ ਲੌਂਗ ਵੇ ਆਫ। ਲੌਂਗ ਵੇ ਆਫ ਦਾ ਮਤਲਬ ਕੀ ਆ ਜਾਂਦਾ, ਇਫ ਸਮਥਿੰਗ ਇਜ਼ ਔਨ ਦਾ ਟਾਰਗੇਟ, ਉਹ ਤਾਂ ਔਨ ਦਾ ਟਾਰਗੇਟ ਹੈ, ਉਹ ਤਾਂ ਔਨ ਦਾ ਮਾਰਕ ਆ, ਜਮਾ ਨਿਸ਼ਾਨੇ ਤੇ ਲੱਗ ਗਿਆ ਤੀਰ। ਜੇ ਆਫ ਦਾ ਮਾਰਕ ਆ ਵੀ ਉੱਥੋਂ ਤੱਕ ਨਹੀਂ ਪਹੁੰਚਿਆ, ਰਾਈਟ, ਸ਼ਾਰਟ ਆਫ ਦਾ ਮਾਰਕ ਆ ਜਾਂਦਾ, ਕੁਛ ਵੀ ਆ ਜਾਂਦਾ, ਇਟ ਇਜ਼ ਲੌਂਗ ਵੇ ਆਫ ਦਾ ਟਾਰਗੇਟ। ਯਾਰ 2000 ਦਾ ਟਾਰਗੇਟ ਰੱਖੀ ਬੈਠੇ, 30 ਸਾਲਾਂ 'ਚ 16 ਤੇ 20 ਹੋਇਆ, ਤੁਹਾਡੇ ਤੋਂ ਕਿਵੇਂ ਹੋਊਗਾ? ਇਸ ਕਰਕੇ ਉਹਦਾ ਜਿਹੜਾ ਇਹਦਾ ਆਨਸਰ ਹੈ ਇਹਦਾ ਆਪਣੇ ਦਾ, ਉਹ ਇੱਥੇ ਉਹ ਚੀਜ਼ ਉਵੇਂ ਆ ਜਾਣੀ ਹੈ। ਅਨਰੀਅਲਿਸਟਿਕ ਏਮਸ, ਵੀ ਏਮਸ ਤੁਹਾਡੇ ਬੜੇ ਅਨਰੀਅਲਿਸਟਿਕ ਆ ਯਾਰ, ਏਮਸ ਤੁਹਾਡੇ ਬੜੇ ਜਿਹੜੇ ਹੈਗੇ ਆ ਉਹ ਅਨਰੀਜ਼ਨੇਬਲ ਆ। ਮਤਲਬ ਕੋਈ ਜੋ ਰੈਲੇਵੈਂਟ ਗੱਲ ਆ, ਤੁਕ ਬਣਦੀ ਉਹ ਗੱਲ ਕਰੋ, ਬੇਤੁਕੀਆਂ ਗੱਲਾਂ ਨਾ ਕਰੋ। ਇੰਨੇ ਸਾਲਾਂ ਦੇ ਤੁਹਾਡੇ ਤੋਂ 20-35 ਬਚੇ ਆ ਤੇ ਹੁਣ ਤੁਸੀਂ 2000 ਕਿਵੇਂ ਕਰ ਲਓਗੇ, ਉਹ ਆ ਗਿਆ।